गज नव गज दस गज इक्कीस पुरिया एक तनाई। 60 सूत नवखंड 72 पाट लगो अधिकाई। गई बुनावन माहो कर छोड़े जाए जुलाहो। रहाओ गजी न मिनिए तोल न तुलिए। पाचन शेर अटहाई जो कर पाचन बेग न पावे। चगर करे कर हाई दिन की बैठ कसम की बरकस। ए बेला कत आई छोटे कुंडे पीघे पुरिया। चलो जुलाहो रिसाई छोछी नली तंत नहीं निकसे। न तर रही उलझाई छोड़ बसार यहाँ रो बपरी। कहो कबीर समझाई। वाहिगुरु जी का खालसा वाहिगुरु जी की फतेह। परम सत्कारयोग सतगुरां दी साजी निवाजी साध संगत जीओ। क्योंकि गुरबाणी साडे जीवन का आधार है ਅਤੇ ਗੁਰੂ ਮਹਾਰਾਜ ਨੇ ਇਸ ਭਗਤ ਬਾਣੀ ਨੂੰ ਗੁਰਬਾਣੀ ਤੁਲ ਉਹ ਦਰਜਾ ਉਹ ਸਥਾਨ ਬਖਸ਼ਿਆ। ਕਿਉਂਕਿ ਗੁਰਬਾਣੀ ਜੀਵਨ ਜਾਚ ਸਿਖਾਉਂਦੀ ਹੈ, ਪਰ ਇਹਨਾਂ ਗੂੜ ਸ਼ਬਦਾਂ ਦਾ ਪਾਠ ਕਰਨ ਤੋਂ ਬਾਅਦ ਆਮ ਜਗਿਆਸੂ ਜਿਹੜਾ ਆਮ ਪਾਠੀ ਸਿੰਘ ਜਿਹੜਾ ਪ੍ਰੇਮੀ ਹੈ ਉਹਨੂੰ ਕੋਈ ਸਮਝ ਨਹੀਂ ਆਉਂਦੀ। ਤੋ ਦਾਸ ਨੇ ਸੰਪਰਦਾਈ ਗਿਆਨੀਆਂ ਦੇ ਸਟੀਕ ਵੀ ਪੜ੍ਹੇ। ਉਹਨਾਂ ਦੇ ਵਿੱਚ ਇੱਕ ਵਾਧਾ ਹੈ ਕਿ ਉਹ ਹਰ ਗੱਲ ਨੂੰ ਹੱਲ ਕਰਨ ਲਈ ਕਿਸੇ ਨਾ ਕਿਸੇ ਵਿਅਕਤੀ ਤੋਂ ਕੋਈ ਸਵਾਲ ਕਰਾਉਂਦੇ ਨੇ, ਫਿਰ ਸਵਾਲ ਦਾ ਜਵਾਬ ਦਿੱਤਾ ਜਾਂਦਾ। ਜਦੋਂ ਦਾਸ ਬੁੱਧੀਮਾਨੀ ਗਿਆਨੀ ਪੜ੍ਹ ਰਿਹਾ ਸੀ ਤਾਂ ਉਦੋਂ ਇੱਕ ਪਰਚਾ ਹੁੰਦਾ ਸੀ ਜਿਹਦੇ ਵਿੱਚ ਕਵਿਤਾ ਦਾ ਪਰਚਾ ਲਿਖਿਆ ਹੁੰਦਾ ਸੀ ਕਿ ਇਹ ਜਿਹੜਾ ਕਾਵਿ ਟੋਟਾ ਹੈ ਇਹਦੇ ਬਾਰੇ ਦੱਸੋ ਕਿਸ ਨੇ ਕਿਸ ਨੂੰ ਕਦੋਂ ਕਿਹਾ। ਜਦੋਂ ਅਸੀਂ ਉਸਨੂੰ ਯਾਦ ਕਰ ਲੈਂਦੇ ਸੀ ਕਿ ਫਲਾਣੇ ਨੇ ਫਲਾਣੇ ਨੂੰ ਫਲਾਣੇ ਵੇਲੇ ਕਿਹਾ, ਉਹ ਗੱਲ ਸਮਝ ਵਿੱਚ ਆ ਜਾਂਦੀ। ਇਸੇ ਤਰ੍ਹਾਂ ਭਾਵੇਂ ਗੁਰਬਾਣੀ ਦਾ ਕਥਨ ਹੈ ਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜਿਹੜੇ ਮਹਾਂਪੁਰਖ ਹੁੰਦੇ ਨੇ ਰੱਬ ਦੇ ਪਿਆਰੇ, ਉਹ ਕਈ ਵਾਰੀ ਕਈ ਗੱਲਾਂ ਜਗਿਆਸੂਆਂ ਨੂੰ ਸਮਝਾਉਣ ਵਾਸਤੇ ਕਿਸੇ ਨਾ ਕਿਸੇ ਸਵਾਲ ਦੇ ਜਵਾਬ ਵਿੱਚ ਕਿਸੇ ਨਾ ਕਿਸੇ ਪ੍ਰਾਣੀ ਨੂੰ ਕੁਝ ਕਹਿੰਦੇ ਹਨ। ਹੁਣ ਕਿਉਂਕਿ ਸ਼ਬਦ ਸ਼ੁਰੂ ਹੋ ਗਿਆ, ਸ਼ਬਦ ਸਮਾਪਤ ਹੋ ਗਿਆ। ਸ਼ਬਦ ਵਿਚਲੀਆਂ ਜਿਹੜੀਆਂ ਡੂੰਘੀਆਂ ਗੱਲਾਂ ਹਨ ਉਹਨਾਂ ਨੂੰ ਸਮਝਣ ਵਾਸਤੇ ਸਾਨੂੰ ਇਹ ਅਧਿਐਨ ਕਰਨਾ ਪਏਗਾ ਕਿ ਭਗਤ ਜੀ ਨੇ ਇਹ ਬਚਨ ਕਿਸ ਪਰਥਾਏ ਗਏ, ਕਦੋਂ ਕਹੇ, ਕਿੱਥੇ ਕਹੇ। ਤੋ ਸੰਪਰਦਾਈ ਗਿਆਨੀਆਂ ਨੇ ਲਿਖਿਆ ਕਿ ਇੱਕ ਦਫਾ ਕਿਸੇ ਕਰਮਕਾਂਡੀ ਉੱਚ ਜਾਤ ਦੇ ਅਭਿਮਾਨੀ ਪੰਡਿਤ ਨੇ ਭਗਤ ਕਬੀਰ ਜੀ ਨੂੰ ਇਹ ਕਿਹਾ ਕਿ ਤੂੰ ਤੇ ਜੁਲਾਹਾ ਹੈ, ਤੂੰ ਤੇ ਨੀਵੀਂ ਜਾਤ ਵਾਲਾ ਹੈ, ਤੈਨੂੰ ਭਗਤੀ ਕਰਨ ਦਾ ਹੱਕ ਹੀ ਨਹੀਂ। ਭਗਤ ਜੀ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਮੇਰੀ ਵਿਚਾਰ ਵਿੱਚ ਤੇ ਰੱਬ ਵੀ ਇੱਕ ਜੁਲਾਹਾ ਤੇ ਇਹ ਬੰਦਾ ਵੀ ਇੱਕ ਜੁਲਾਹਾ। ਉਹ ਕਹਿਣ ਲੱਗਾ ਇਹ ਕਿਸ ਤਰ੍ਹਾਂ ਹੋ ਸਕਦਾ। तो भगत जी ने बड़े प्यार में समझाया, आखे जीव ही जुलाहा है, ਜਿਹੜਾ ਸੰਸਾਰ ਉੱਤੇ ਆਉਂਦਾ ਹੈ
ਕਿਸੇ ਵਾਸ਼ਨਾ ਦਾ ਬੱਧਾ ਹੋਇਆ। ਗਈ ਬਨਾਵਨ ਮਾਹੋ, ਇਸ ਸੰਸਾਰ ਦੇ ਖੇਤਰ ਵਿੱਚ ਉਸ ਮਾਹੋ ਵਾਸ਼ਨਾ ਦੇ ਅਧੀਨ ਹੋ ਕੇ ਜੀਵ ਜਨਮ ਲੈਂਦਾ। ਭਾਵ ਕੋਈ ਨਾ ਕੋਈ ਵਾਸ਼ਨਾ ਇਹਦੇ ਅੰਦਰ ਹੁੰਦੀ, ਉਸ ਵਾਸ਼ਨਾ ਦੇ ਤਹਿਤ ਇਸ ਨੂੰ ਸਰੀਰ ਮਿਲਦਾ। ਹੁਣ ਇਹ ਜੁਲਾਹਾ ਕਿਵੇਂ ਹੋਇਆ? ਆਖਿਆ ਘਰ ਛੋੜਿਆ ਜਾਏ ਜੁਲਾਹੋ, ਇਹ ਆਪਣਾ ਅਸਲ ਟਿਕਾਣਾ ਜਿਹੜਾ ਵਾਹਿਗੁਰੂ ਦੇ ਚਰਨ ਕਮਲਾਂ ਦਾ, ਉਹਨੂੰ ਛੱਡ ਦਿੰਦਾ ਤੇ ਸੰਸਾਰ ਵਿੱਚ ਇਸ ਨੂੰ ਜਨਮ ਮਿਲ ਜਾਂਦਾ। ਹੁਣ ਭਗਤ ਜੀ ਦੱਸਦੇ ਨੇ, ਗਜ ਨਵ, ਗਜ 10, ਗਜ 21, ਪੁਰੀਆ ਏਕ ਤਨਾਈ। ਗਜ ਇੱਕ ਮਿਣਤੀ ਦਾ, ਜਿਹਨੂੰ ਅੱਜ ਕੱਲ੍ਹ ਮੀਟਰ ਵੀ ਕਹਿ ਦਿੰਦੇ ਨੇ, ਪਹਿਲੇ ਸਮਿਆਂ ਵਿੱਚ ਗਜ ਕਹਿੰਦੇ ਸੀ। ਇਹ ਜਿਹੜੀਆਂ ਬੰਦੇ ਦੀਆਂ 9 ਗੋਲਕਾਂ ਹਨ, 2 ਅੱਖਾਂ ਦੀਆਂ ਮੋਰੀਆਂ, 2 ਨੱਕ ਦੀਆਂ ਮੋਰੀਆਂ, 2 ਕੰਨਾਂ ਦੀਆਂ ਮੋਰੀਆਂ, ਇੱਕ ਮੂੰਹ ਦੀ ਮੋਰੀ, ਇੱਕ ਲਿੰਗ, ਇੱਕ ਗੁਦਾ, ਇਹ 9 ਗਜ। ਫਿਰ ਇਹਨਾਂ ਵਿੱਚ 9 ਗਜਾਂ ਵਿੱਚ ਗਜ 10, ਜਿਹੜੇ 10 ਇੰਦਰੇ ਹਨ, 5 ਕਰਮ ਇੰਦਰੇ, 5 ਗਿਆਨ ਇੰਦਰੇ। ਹੁਣ ਇਹਨਾਂ ਦੀ ਗਿਣਤੀ ਹੋ ਗਈ 19। ਗਜ 21, ਫਿਰ ਇਸ ਦੇ ਅੱਗੋਂ 21 ਗਜ ਹੋਰ ਹਨ, ਜਿਹੜੇ 5 ਤੱਤ ਹਨ। 5 ਤੱਤ ਅਸਥੂਲ ਹਨ, 5 ਤੱਤ ਸੂਖਸ਼ਮ ਹਨ, ਤੇ 10 ਪ੍ਰਾਣ ਹਨ ਤੇ 1 ਮਨ ਹੈ। ਇਹ 21 ਸਾਰੇ ਜਮ੍ਹਾਂ ਕਰਕੇ ਇਹ 40 ਗਜ ਦੀ ਪੂਰੀ ਇੱਕ ਤਾਣੀ ਬਣ ਜਾਂਦੀ। ਹੋ ਸਕਦਾ ਕਿ ਉਹਨਾਂ ਸਮਿਆਂ ਵਿੱਚ ਜਿਹੜੀ ਤਾਣੀ ਖੱਡੀ ਤੇ ਬੁਣੀ ਜਾਂਦੀ ਸੀ, ਜਿਵੇਂ ਕੋਈ ਜਿਹੜਾ ਥਾਨ ਹੁੰਦਾ ਉਹ 28 ਗਜ ਦਾ ਹੁੰਦਾ, ਕੋਈ 40 ਗਜ ਦਾ ਹੁੰਦਾ। ਤਾਂ ਭਗਤ ਜੀ ਨੇ ਕਿਹਾ ਕਿ ਮੇਰੀ ਵਿਚਾਰ ਵਿੱਚ ਹਰ ਬੰਦਾ ਹੀ ਜੁਲਾਹਾ ਹੈ, ਕਿਉਂਕਿ ਜਿਹੜੇ ਜ਼ਾਤੀ ਅਭਿਮਾਨ ਵਾਲੇ ਲੋਕ ਨੇ, ਜਿਨ੍ਹਾਂ ਨੇ ਸਮਾਜ ਵਿੱਚ ਵਰਨ ਵੰਡੀਆਂ ਪਾਈਆਂ ਹੋਈਆਂ ਨੇ, ਜਿਹੜੇ ਨੀਵੀਂ ਜਾਤ ਵਾਲਿਆਂ ਨੂੰ ਨਫ਼ਰਤ ਕਰਦੇ ਨੇ, ਉਹਨਾਂ ਨੂੰ ਟਾਂਚ ਕਰਦੇ ਨੇ, ਭਗਤ ਜੀ ਕਹਿਣਗੇ ਸਾਰਾ ਇਹ ਜੀਵ ਹੀ ਜੁੜਾਏ ਹਨ। ਫਿਰ ਧਿਆਨ ਦਿਓ, ਗਜ ਨਵ 9 ਗੋਲਕਾਂ, ਗਜ 10 ਇਹ ਕਰਮ ਇੰਦਰੇ ਤੇ ਗਿਆਨ ਇੰਦਰੇ, ਗਜ 21 ਇਹ ਜਿਹੜੇ 5 ਸੂਖਮ ਤੱਤ, 5 ਸਥੂਲ ਤੱਤ ਤੇ 10 ਪ੍ਰਾਣ ਤੇ 1 ਮਨ, ਇਹ ਸਾਰੇ ਇਕੱਠੇ ਕਰਕੇ ਇੱਕ ਪੂਰੀ ਤਣਾਈ ਬਣ ਜਾਂਦੀ। ਤਣਾਈ ਦਾ ਮਤਲਬ ਹੈ ਤਾਣੀ ਬਣ ਜਾਂਦੀ। ਗਜ ਨਵ, ਗਜ 10, ਗਜ 21, ਪੁਰੀਆ ਏਕ ਤਨਾਈ। 60 ਸੂਤ। ਇਸ ਸਰੀਰ ਦੇ ਅੰਦਰ 60 ਲੰਮੀਆਂ ਨਾੜੀਆਂ ਹਨ, ਜਿਹੜੀਆਂ ਕਿ ਤਾਣੇ ਦਾ ਕੰਮ ਕਰਦੀਆਂ ਨੇ। ਨਵਖੰਡ 72, 9 ਇਹਦੇ ਖੰਡ ਹਨ, ਜਿਹੜੇ 4 ਬਾਹਾਂ ਦੇ ਮੋੜ, 4 ਲੱਤਾਂ ਦੇ ਮੋੜ। ਇਹਨਾਂ ਸਾਰਿਆਂ ਨੂੰ ਜਮ੍ਹਾਂ ਕਰਕੇ ਫਿਰ 72 ਛੋਟੀਆਂ ਨਾੜੀਆਂ ਹਨ। ਪਾਟ ਲਗੋ ਅਧਿਕਾਈ, ਤੇ ਇਹ ਇਹਨਾਂ ਦਾ ਸਾਰਾ ਤਾਣਾ ਬਾਣਾ ਹੈ, ਜਿਸ ਨੂੰ ਲੈ ਕੇ ਇੱਕ ਮਨੁੱਖ ਸੰਸਾਰ ਵਿੱਚ ਆਉਂਦਾ। ਗਈ ਬਨਾਵਨ ਮਾਹੋ, ਔਰ ਇਹ ਵਾਸ਼ਨਾ ਦੇ ਅਧੀਨ ਸੰਸਾਰ ਵਿੱਚ ਇਸ ਨੂੰ ਭੇਜਿਆ ਜਾਂਦਾ। ਘਰ ਛੋੜਿਆ ਜਾਏ ਜੁਲਾਹੋ, ਇਹਦਾ ਆਪਣਾ ਘਰ ਤੇ ਹੈ ਪਰਮਾਤਮਾ ਦਾ ਸਰੂਪ, ਪਰ ਉੱਥੋਂ ਵਿਛੜ ਕੇ, ਉੱਥੋਂ ਛੱਡ ਕੇ ਇਹ ਸੰਸਾਰ ਵਿੱਚ ਜਨਮ ਲੈ ਲੈਂਦਾ। ਲਓ ਭਗਤ ਜੀ ਕਹਿਣ ਲੱਗੇ ਹੋਏ, ਜ਼ਾਤ ਅਭਿਮਾਨੀਓ, ਇਹ ਤਾਂ ਹਰ ਬੰਦਾ ਹੀ ਜੁਲਾਹਾ ਹੈ। ਗੱਲ ਬੜੀ ਸੂਖਸ਼ਮ ਹੈ, ਕਿਉਂਕਿ ਮੈਂ ਜਨਮ ਤੋਂ ਬਹੁਤ ਛੋਟੀ ਉਮਰ ਤੋਂ ਪਾਠ ਕਰਦਾ ਆ ਰਿਹਾ।
ਪਾਠੀ ਸਿੰਘਾਂ ਨੂੰ ਮਿਲਦਾ, ਵਿਦਵਾਨਾਂ ਨੂੰ ਮਿਲਦਾ, ਪਰ ਮੈਨੂੰ ਇਸ ਤਰ੍ਹਾਂ ਸਮਝਾਉਣ ਵਾਲਾ ਜਾਂ ਸਮਝਣ ਵਾਲਾ ਕੋਈ ਅਫਸਰ ਹੀ ਨਹੀਂ ਮਿਲਿਆ। ਕਹਿਣ ਦਾ ਮਤਲਬ ਆਮ ਪਾਠੀਆਂ ਨੂੰ, ਆਮ ਪ੍ਰੇਮੀਆਂ ਨੂੰ ਇਸ ਗੱਲ ਦਾ ਕੋਈ ਭੇਤ ਨਹੀਂ ਹੈਗਾ। ਪਾਠ ਸਾਰੇ ਕਰਦੇ ਨੇ, ਪਰ ਜਦੋਂ ਅਸੀਂ ਵਿਚਾਰ ਕਰਾਂਗੇ, ਇਸੇ ਲਈ ਭਗਤ ਜੀ ਨੇ ਖੁਦ ਵੀ ਕਿਹਾ ਕਿ ਲੋਕ ਜਾਣੇ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ, ਜਿਉ ਕਾਂਸੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਆਖਿਆ ਲੋਕ ਤੇ ਇਹਨੂੰ ਗੀਤ ਹੀ ਸਮਝਦੇ ਨੇ। ਇਸੇ ਲਈ ਗੁਰੂ ਸਾਹਿਬ ਨੇ ਵੀ ਕਿਹਾ, ਲੋਕ ਬਾਣੀ ਨੂੰ ਕਵਿਤਾ ਸਮਝ ਰਹੇ ਨੇ। ਨਹੀਂ ਨਹੀਂ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਮੇਰੇ ਵਿਚਾਰ ਵਿੱਚ ਕਈ ਪ੍ਰੇਮੀਆਂ ਨੇ ਤੇ ਇਹ ਗੱਲਾਂ ਸੁਣੀਆਂ ਪਹਿਲੀ ਵਾਰੀ ਹੋਣਗੀਆਂ, ਬਈ ਇਸ ਸਰੀਰ ਦੇ ਅੰਦਰ ਇਹ 9 ਗਜ 9 ਗੋਲਕਾਂ ਹਨ, ਇਹ 10 ਕਰਮ ਇੰਦਰੇ, ਗਿਆਨ ਇੰਦਰੇ ਔਰ ਸਾਰੀਆਂ ਨਾੜੀਆਂ ਨੂੰ ਮਿਲਾ ਕੇ ਕੀ ਹਨ। ਕਹਿਣ ਦਾ ਮਤਲਬ ਇੱਕ ਭਗਤ ਜੀ ਨੇ ਉਸ ਕਰਮ ਕਾਂਡੀ ਬ੍ਰਾਹਮਣ ਦਾ ਉੱਤਰ ਦਿੱਤਾ। ਆਖਿਆ ਜੇ ਤੂੰ ਮੈਨੂੰ ਜੁਲਾਹਾ ਕਹਿਣਾ ਤੇ ਸਾਰੇ ਜੀਵ ਹੀ ਜੁਲਾਹੇ। ਗਜ 9, ਗਜ 10, ਗਜ 21, ਪੁਰੀਆ ਏਕ ਤਨਾਈ, ਇਹ ਪੂਰੀ ਇੱਕ ਤਾਣੀ ਬਣ ਜਾਂਦੀ। 60 ਸੂਤ, ਫਿਰ 60 ਲੰਬੀਆਂ ਨਾੜੀਆਂ ਹਨ, ਜੋ ਇੱਕ ਪਾਸੇ ਦਾ ਤਾਣਾ ਕਿਹਾ ਜਾਂਦਾ, ਤੇ ਨਵ ਖੰਡ 72, 9 ਟੋਟੇ 9 ਜੋੜ ਤਾਣੀ ਦੇ। ਇਹ ਸਭ ਬਾਹਾਂ ਤੇ ਲੱਤਾਂ ਦੇ ਜੋੜ ਜੋ ਹਨ, ਇਹਨਾਂ ਨੂੰ ਰਲਾ ਕੇ ਇਹ 9 ਜੋੜ ਬਣਦੇ ਹਨ। 72 ਨਾੜੀਆਂ ਛੋਟੀਆਂ, ਪਾਟ ਲਗੋ ਅਧਕਾਈ, ਇਹਨਾਂ ਦਾ ਸਾਰਾ ਤਾਣਾ ਬਾਣਾ। ਕਹਿੰਦੇ ਗਈ ਬੁਨਾਮਨ ਮਾਹੋ। ਹੁਣ ਇਸ ਤਾਣੀ ਉੱਤੇ ਬੁਣਨ ਵਾਸਤੇ, ਉਣਾਉਣ ਲਈ ਇਹ ਵਾਸ਼ਨਾ ਦੇ ਅਧੀਨ ਜੀਵ ਸੰਸਾਰ ਵਿੱਚ ਆਉਂਦਾ। ਘਰ ਛੋੜਿਆ ਜਾਏ ਜੁਲਾਹੋ। ਹੁਣ ਘਰ ਛੱਡਣਾ ਕੀ ਹੈ? ਜੋ ਇਸ ਦਾ ਆਪਣਾ ਅਸਲ ਸਰੂਪ ਹੈ, ਜਿਹਨੂੰ ਸਵੈ ਸਰੂਪ ਵੀ ਕਹਿੰਦੇ ਹਨ। ਤਥਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਵੀ ਕਹਿੰਦੇ ਨੇ। ਹੁਣ ਇਸ ਨੇ ਪ੍ਰਭੂ ਦੇ ਚਰਨ ਵਿਸਾਰ ਦਿੱਤੇ, ਭਾਵ ਸੰਸਾਰ ਵਿੱਚ ਜਨਮ ਲੈ ਲਿਆ। ਤੇ ਜਦੋਂ ਸੰਸਾਰ ਵਿੱਚ ਜੀਵ ਜਨਮ ਲੈਂਦਾ, ਉਹਦਾ ਵੀ ਨਕਸ਼ਾ ਖਿੱਚ ਕੇ ਮਹਾਰਾਜ ਨੇ ਸਮਝਾਇਆ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾ, ਦਸਵੇਂ ਦੱਦਾ ਹੋਆ ਸੁਆ, ਗਏ ਸੇ ਗੀਤ ਪੁਕਾਰੀ ਤਾ, ਉਡਿਆ ਹੰਸ ਦਸਾਏ ਰਾ, ਆਇਆ ਗਿਆ ਮੋਇਆ ਨਾਮ, ਪਿੱਛੇ ਪਤਲ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, 10 ਬਾਲਤਨ 20 ਰਮਨ, 30 ਕਾ ਸੁੰਦਰ ਕਹਾਵੇ, 40 ਪੁਰ ਹੋਏ, 85 ਪਗ ਖਿਸੈ, 60 ਕੇ ਬੋਢੇਪਾ ਆਵੇ, 70 ਕਾ ਮਤਹੀਨ, 80 ਕਾ ਵਿਵਹਾਰ ਨ ਪਾਵੇ, 90 ਸੇ ਜਾਸਣੀ, 90 ਕਾ ਸੇ ਜਾਸਣੀ, ਮੂਲ ਨ ਜਾਣੇ ਅਪ ਬਲ। ਗੱਲ ਕੀ ਇਸ ਤਰੀਕੇ ਨਾਲ ਭਗਤ ਕਬੀਰ ਜੀ ਨੇ ਉਸ ਕਰਮ ਕਾਂਡੀ ਅਹੰਕਾਰੀ ਪੰਡਤ ਨੂੰ ਸਮਝਾਇਆ, ਅਸੀਂ ਸਾਰੇ ਜੀਵ ਜੁਲਾਹੇ ਹਾਂ,
ਅਸੀਂ ਸਾਰੇ ਜੀਵਨ ਦੀ ਤਾਣੀ ਲੈ ਕੇ ਆਏ ਹਾਂ ਤੇ ਉਸ ਤਾਣੀ ਦੀ ਮਿਣਤੀ ਗਿਣਤੀ ਕਰਕੇ ਸਮਝਾਇਆ। ਗਜ ਨਵ, ਗਜ 10, ਗਜ 21, ਪੁਰੀਆਂ ਏਕ ਤਨਾਈ। ਇਹ ਪੂਰੀ ਇੱਕ ਤਾਣੀ ਬਣ ਗਈ। 60 ਸੂਤ, ਨਵਖੰਡ 72, ਪਾਟ ਲਗੋ ਅਧਿਕਾਈ। ਗਈ ਬੁਨਾਵਨ ਮਾਹੋ, ਘਰ ਛੋੜਿਆ ਜਾਏ ਜੁਲਾਹੋ। ਇਸ ਜੀਵ ਰੂਪੀ ਜੁਲਾਏ ਨੇ ਆਪਣਾ ਅਸਲ ਸਰੂਪ ਜਿਹੜਾ ਸੀ ਪਰਮਾਤਮਾ ਵੱਲ ਉਹ ਛੱਡ ਦਿੱਤਾ। ਇਹਦਾ ਅਸਲੀ ਘਰ ਸੀ। ਫਿਰ ਮਹਾਰਾਜ ਕਹਿੰਦੇ ਗਜੀ ਨਾ ਮਿਨੀਐ, ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ। ਹੁਣ ਇਸ ਦੀ ਜਿਹੜੀ ਕਾਰਵਾਈ ਹੈ, ਕੱਪੜਾ ਮਿਣਨ ਵਾਲੀ, ਕੱਪੜਾ ਤੋਲਣ ਵਾਲੀ, ਨਾ ਇਹ ਮਿਣੀ ਜਾਂਦੀ ਹੈ ਗਜਾਂ ਨਾਲ, ਨਾ ਤੋਲੀ ਜਾਂਦੀ। ਪਾਚਨ ਸੇਰ ਅਢਾਈ, ਫਿਰ ਇਹਨੂੰ ਉਹ ਪਾ ਚਾਹੀਦੀ ਹੈ, ਪਾਚਨ ਜਿਹਨੂੰ ਪਾ ਕਹਿੰਦੇ ਨੇ। ਜਦੋਂ ਜੁਲਾਹੇ ਤਾਣੀ ਤਣਦੇ ਨੇ, ਛੋਟੇ ਹੁੰਦਿਆਂ ਦੇਖੀਦਾ ਸੀ, ਉਹਨਾਂ ਕੋਲ ਇੱਕ ਵੱਡਾ ਸਾਰਾ ਬੁਰਸ਼ ਹੁੰਦਾ ਸੀ। ਉਹਦੇ ਨਾਲ ਉਹ ਇੱਕ ਆਟਾ ਘੋਲ ਕੇ ਉਹਨੂੰ ਪਾਣ ਲਾਉਂਦੇ ਸਨ। ਔਰ ਉਹ ਪਾਣ ਇਸ ਲਈ ਲਾਈ ਜਾਂਦੀ ਸੀ ਕਿ ਉਹਦੇ ਲੱਗਣ ਦੇ ਨਾਲ ਉਹ ਧਾਗਾ ਜਿਹੜਾ ਸੀ ਉਹ ਕੱਚਾ ਨਹੀਂ ਸੀ ਰਹਿੰਦਾ, ਥੋੜ੍ਹਾ ਮਜ਼ਬੂਤ ਹੋ ਜਾਂਦਾ ਸੀ ਔਰ ਛੇਤੀ ਟੁੱਟਦਾ ਨਹੀਂ ਸੀ। ਇਸੇ ਤਰ੍ਹਾਂ ਇਸ ਤਾਣੇ ਬਾਣੇ ਵਾਲੇ ਸਰੀਰ ਦੇ ਅੰਦਰ ਇਸ ਜੀਵ ਰੂਪ ਜੁਲਾਹੇ ਨੂੰ ਫਿਰ ਖੁਰਾਕ ਚਾਹੀਦੀ। ਗਜੀ ਨਾ ਮਿਨੀਐ, ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ। ਲਗਭਗ ਇਹਦੀ ਜਿਹੜੀ ਰੋਜ਼ਾਨਾ ਖੁਰਾਕ ਹੈ ਉਹ 2.5 ਸੇਰ ਦੇ ਬਰਾਬਰ। ਹੁਣ ਇਹ ਵੱਖਰੀ ਗੱਲ ਹੈ ਕਿ ਉਦੋਂ ਦੇ ਵਜਨ ਅਤੇ ਅੱਜ ਦੇ ਵਜਨ ਵਿੱਚ ਫਰਕ ਹੈ। ਅਸੀਂ ਕਦੇ ਸੇਰ ਪਾਈਏ ਸੁਣਦੇ ਸਾਂ, ਹੁਣ ਕਿਲੋ ਬਣ ਗਏ ਹਨ, ਹੁਣ ਹੋਰ ਤਰ੍ਹਾਂ ਦੇ ਗ੍ਰਾਮ ਕਹੇ ਜਾਂਦੇ ਨੇ। ਤਾਂ ਉਸ ਸਮੇਂ ਔਸਤਨ ਮਨੁੱਖ ਦੀ ਜਿਹੜੀ ਰੋਜ਼ ਦੀ ਖੁਰਾਕ ਹੈ ਉਹਨੂੰ 2.5 ਸੇਰ ਮਿਥ ਲਿਆ ਗਿਆ। ਕਹਿੰਦੇ ਜੋ ਕਰ ਪਾਚਨ ਬੇਗ ਨ ਪਾਵੇ, ਝਗਰ ਕਰੇ ਘਰ ਹਾਈ। ਜੇ ਇਹਨੂੰ ਸਮੇਂ ਸਿਰ ਉਹ ਰੋਟੀ ਉਹ ਖੁਰਾਕ ਨਾ ਮਿਲੇ ਤੇ ਫਿਰ ਇਹ ਝਗੜਾ ਕਰਦਾ, ਮਤਲਬ ਸਰੀਰ ਦੇ ਅੰਦਰ ਰੌਲਾ ਰੱਪਾ ਪੈ ਜਾਂਦਾ, ਹਾਏ ਭੁੱਖ ਲੱਗੀ, ਹਾਏ ਭੁੱਖ ਲੱਗੀ। ਹੁਣ ਇਹ ਸਾਰੀਆਂ ਗੱਲਾਂ ਸੰਕੇਤਕ ਹਨ। ਸ਼ੁਰੂ ਤੋਂ ਲੈ ਕੇ ਤੀਕਰ ਭਗਤ ਜੀ ਨੇ ਇਹ ਸੰਕੇਤ ਵਰਣਨ ਕੀਤੇ ਹਨ। ਗਜ ਨਵ, ਗਜ 10, ਗਜ 21, ਪੁਰੀਆ ਏਕ ਤਨਾਈ। 60 ਸੂਤ, ਨਵਖੰਡ 72, ਪਾਟ ਲਗੋ ਅਧਿਕਾਈ। ਗਈ ਬੁਨਾਵਨ ਮਾਹੋ, ਘਰ ਛੋੜਿਆ ਜਾਏ ਜੁਲਾਹੋ ਰਹਾਓ। ਗਜੀ ਨਾ ਮਿਨੀਐ, ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ। ਜੋ ਕਰ ਪਾਚਨ ਬੇਗ ਨ ਪਾਵੇ, ਝਗਰ ਕਰੇ ਘਰ ਹਾਈ। ਇਸ ਘਰ ਦੇ ਅੰਦਰ ਹੀ ਜੇ ਇਹਨੂੰ ਟਾਈਮ ਸਿਰ ਰੋਟੀ ਨਾ ਮਿਲੇ, ਖੁਰਾਕ ਨਾ ਮਿਲੇ, ਇਹ ਫਿਰ ਰੌਲਾ ਕੌਲਾ ਕਰਦੀ, ਭੁੱਖ ਲੱਗੀ ਹੈ, ਭੁੱਖ ਲੱਗੀ। ਹੁਣ ਭਗਤ ਜੀ ਤੀਜੇ ਪਦ ਵਿੱਚ ਕਹਿੰਦੇ ਨੇ ਤਿੰਨ ਕੀ ਬੈਠ, ਖਸਮ ਕੀ ਬਰਕਸ, ਇਹ ਵੇਲਾ ਕਤ ਆਈ। ਕੁਝ ਦਿਨਾਂ ਦੀ ਬੈਠਕ ਹੈ ਇੱਥੇ, ਭਾਵ ਗਿਣੇ ਮਿਣੇ ਸਵਾਸ ਮੈਨੂੰ ਤੁਹਾਨੂੰ ਮਨੁੱਖਾਂ ਨੂੰ ਮਿਲੇ ਨੇ। ਪਰ ਮਨੁੱਖ ਇਸ ਸੰਸਾਰ ਵਿੱਚ ਆਉਂਦਿਆਂ ਸਾਰ ਖਸਮ ਕੀ ਬਰਕਸ, ਆਪਣੇ ਮਾਲਕ ਵਾਹਿਗੁਰੂ ਪਰਮਾਤਮਾ ਵੱਲੋਂ ਆਕੀ ਹੋ ਜਾਂਦੇ, ਉਹਦਾ ਸਿਮਰਨ ਕਰਨਾ ਭੁੱਲ ਜਾਂਦਾ, ਆਮ ਧੰਦਿਆਂ ਵਿੱਚ ਖਚਤ ਹੋ ਜਾਂਦਾ। ਜੇ ਕੋਈ ਪ੍ਰੇਰਨਾ ਕਰੇ ਕਹੇ ਤੇ ਕਹਿੰਦਾ ਜੀ ਮੈਂ ਹੁਣ ਵਿਹਲਾ ਬਹਿ ਰਹਾਂ, ਮੈਂ ਹੁਣ ਭੁੱਖਾ ਮਰ ਜਾਵਾਂ, ਮੈਂ ਆਪਣੇ ਬੱਚਿਆਂ ਨੂੰ ਭੁੱਖਾ ਮਾਰ ਦਿਆਂ। ਭਾਵ ਰੱਬ ਦੇ ਵੱਲੋਂ ਆਕੀ ਹੋ ਜਾਂਦਾ। ਦਿਨ ਕੀ ਬੈਠ, ਕੁਝ ਦਿਨਾਂ ਦੇ ਬੈਠਣ ਵਾਸਤੇ, ਕੁਝ ਸਮੇਂ ਲਈ ਇਹਨੂੰ ਜੀਵਨ ਮਿਲਿਆ। ਪਰ ਖਸਮ ਕੀ ਬਰਕਸ, ਮਾਲਕ ਵੱਲੋਂ ਇਹ ਬਰਅਕਸ
ਆਕੀ ਹੋ ਜਾਂਦਾ। ਇਹ ਵੇਲਾ ਕਤ ਆਈ, ਪਰ ਇਹਨੂੰ ਭੁੱਲ ਜਾਂਦਾ ਕਿ ਇਹ ਮਨੁੱਖਾ ਜਨਮ ਫੇਰ ਨਹੀਂ ਮਿਲਣਾ, ਪਤਾ ਨਹੀਂ ਕਦੋਂ ਵਾਰੀ ਆਵੇ ਕਦੋਂ ਨਾ ਆਵੇ। ਛੂਟੇ ਕੁੰਡੇ ਪੀ ਗਏ ਪੁਰੀਆਂ, ਚਲਿਓ ਜੁਲਾਹੋ ਰਸਾਈ। ਤੇ ਜਦੋਂ ਜੀਵਨ ਦਾ ਅੰਤ ਆਉਂਦਾ ਫਿਰ ਇਹ ਜਿਤਨੇ ਦੁਨਿਆਵੀ ਪਦਾਰਥਾਂ ਦੇ ਕੁੰਡੇ ਹਨ ਇਹ ਛੁੱਟ ਜਾਂਦੇ ਨੇ, ਔਰ ਜਿਹੜੀਆਂ ਇਹ ਜੀਵਨ ਦੀਆਂ ਵਾਸ਼ਨਾਵਾਂ ਨੇ ਇਹ ਵੀ ਢਿੱਲੀਆਂ ਹੋ ਜਾਂਦੀਆਂ ਨੇ, ਤੇ ਜੁਲਾਹਾ ਉਦਾਸ ਹੋ ਕੇ ਜ਼ਿੰਦਗੀ ਤੋਂ ਤਿਆਰੀ ਕਰ ਲੈਂਦਾ ਜਾਣ ਦੀ। ਛੋਛੀ ਨਲੀ ਤੰਤ ਨਹੀਂ ਨਿਕਸੈ, ਜਿਹੜੀ ਇਹ ਸਵਾਸਾਂ ਦੀ ਨਲਕੀ ਹੈ, ਜਦੋਂ ਇਹਦੇ ਵਿੱਚੋਂ ਸਵਾਸ ਰੂਪੀ ਤੰਦ ਨਹੀਂ ਨਿਕਲਦੀ, ਛੋਛੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਝਾਈ। ਤੇ ਉਹ ਜਿਹੜੀ ਵੱਡੀ ਲੱਠ ਹੁੰਦੀ ਹੈ ਜਿਹਨੂੰ ਤੁਰ ਕਿਹਾ ਜਾਂਦਾ, ਜਿਹਦੇ ਉੱਤੇ ਤਾਣਾ ਲਪੇਟਿਆ ਹੁੰਦਾ, ਕਿਉਂਕਿ ਜਿਹੜੀ ਨਾਭੀ ਹੈ ਧੁੰਨੀ ਹੈ, ਇੱਥੇ ਇੱਕ ਗੁੰਝਲ ਹੈ, ਉਸ ਗੁੰਝਲ ਵਿੱਚ ਇਹ ਉਲਝੀ ਰਹਿੰਦੀ ਹੈ। ਪਰ ਜਦੋਂ ਜੀਵਨ ਦਾ ਅੰਤ ਆਉਂਦਾ ਇਹ ਸਾਰੀਆਂ ਚੀਜ਼ਾਂ ਸਾਥ ਛੱਡ ਜਾਂਦੀਆਂ। ਛੋਛੀ ਨਲੀ ਤੰਤ ਨਹੀਂ ਨਿਕਸੈ, ਇਹ ਜਿਹੜੀ ਸਾਹ ਵਾਲੀ ਨਲਕੀ ਹੈ ਛੋਟੀ, ਇਹਦੇ ਵਿੱਚੋਂ ਜਦੋਂ ਸਾਹ ਰੂਪੀ ਤੰਦ ਨਿਕਲਣੀ ਬੰਦ ਹੋ ਜਾਂਦੀ। ਨਤਰ ਰਹੀ ਉਰਝਾਈ, ਪਹਿਲਾਂ ਉਸ ਤੁਰ ਦੇ ਉੱਤੇ ਤਾਣਾ ਲਪੇਟਿਆ ਹੁੰਦਾ ਸੀ, ਫਿਰ ਉਹਦੇ 'ਚ ਪੇਟਾ ਪੈਂਦਾ ਸੀ, ਪਰ ਜਦੋਂ ਅੰਤ ਸਮਾਂ ਆਉਂਦਾ ਫਿਰ ਇਹ ਸਾਰੇ ਸਾਥ ਛੱਡ ਜਾਂਦੇ ਨੇ। ਫਿਰ ਕਬੀਰ ਜੀ ਕਹਿੰਦੇ ਛੋੜ ਪਸਾਰ, ਇਆਂ ਰੋ ਬਪਰੀ, ਕਹੋ ਕਬੀਰ ਸਮਝਾਈ। ਕਬੀਰ ਜੀ ਸਮਝਾਉਂਦੇ ਨੇ, ਹੇ ਬਪਰੀ ਜਿੰਦ, ਛੋੜ ਪਸਾਰ, ਇਹਨਾਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਜਿਹੜੇ ਤੂੰ ਖਲੇਰੇ ਨੇ ਇਹਨਾਂ ਨੂੰ ਛੱਡ, ਤੇ ਜਿਹੜਾ ਕੰਮ ਤੈਨੂੰ ਕਰਨਾ ਚਾਹੀਦਾ ਕਰ। ਤੋ ਭਗਤ ਕਬੀਰ ਜੀ ਨੇ ਉਸ ਕਰਮ ਕਾਂਡੀ ਬ੍ਰਾਹਮਣ ਨੂੰ ਸਮਝਾਇਆ, ਮੈਂ ਇਕੱਲਾ ਬ੍ਰਾਹਮਣ ਨਹੀਂ ਹੈਗਾ, ਇਹ ਸਾਰੇ ਜੀਵ ਬ੍ਰਾਹਮਣ ਹਨ। ਤੇ ਉਹਨਾਂ ਨੇ ਇੱਕ ਐਸਾ ਨਕਸ਼ਾ ਖਿੱਚ ਕੇ ਸਮਝਾਇਆ, ਗਜ ਨਵ, ਗਜ 10, ਗਜ 21, ਪੁਰੀਆ ਏਕ ਤਨਾਈ, 60 ਸੂਤ ਨਵ ਖੰਡ 72, ਪਾਠ ਲਗੋ ਅਧਿਕਾਈ। ਗਈ ਬੁਨਾਵਨ ਮਾਹੋ, ਘਰ ਛੋੜਿਆ ਜਾਏ ਜੁਲਾਹੋ ਰਹਾਓ। ਗਜੀ ਨ ਮਿਨੀਐ, ਤੋਲ ਨ ਤੁਰੀਐ, ਪਾਚਨ ਸ਼ੇਰ 28। ਜੋ ਕਰ ਪਾਚਨ ਬੇਗ ਨ ਪਾਵੈ, ਝਗਰ ਕਰੇ ਘਰ ਹਾਈ। ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਬੇਲਾ ਕਤ ਆਈ। ਛੂਟੇ ਕੁੰਡੇ ਵੀ ਗਏ ਪੁਰੀਆਂ, ਚਲਿਓ ਜੁਲਾਹੋ ਰਿਸਾਈ। ਛੋਛੀ ਨੜੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਝਾਈ। ਛੋੜ ਪਸਾਰ, ਇਆਂ ਰੋ ਬਪਰੀ, ਕਹੋ ਕਬੀਰ ਸਮਝਾਈ। ਤੋ ਸਾਧ ਸੰਗਤ, ਭਾਵੇਂ ਚੜ੍ਹਦੀ ਕਲਾ ਵੱਲੋਂ ਇਹ ਕਈ ਵਾਰ ਦੱਸਿਆ ਜਾਂਦਾ ਕਿ ਸਿੱਖ ਇਤਿਹਾਸ ਦੇ ਅੰਦਰ ਇਸ ਤਰ੍ਹਾਂ ਬਾਣੀ ਦੀ ਲੜੀਵਾਰ ਵਿਚਾਰ ਮੀਡੀਆ ਰਾਹੀਂ ਆਮ ਸੰਗਤਾਂ ਤੱਕ ਨਹੀਂ ਪਹੁੰਚੀ। ਮੈਂ ਵੀ ਖੂਬ ਸਮਝਦਾ ਹਾਂ ਕਿ ਆਪ ਜੀ ਨੂੰ ਸ਼ਾਇਦ ਇਸ ਵਿਚਾਰ ਦੀ ਪੂਰੀ ਤਰ੍ਹਾਂ ਸਮਝ ਨਾ ਆਵੇ, ਕਿਉਂਕਿ ਸਾਡੇ ਗੁਰੂ ਘਰਾਂ ਦੇ ਅੰਦਰ ਕੀਰਤਨੀਏ ਕੀਰਤਨ ਕਰਦੇ ਹਨ, ਕਥਾਵਾਚਕ ਕਥਾ ਵੀ ਕਰਦੇ ਨੇ, ਪਰ ਇੰਨੀ ਬਰੀਕੀ ਨਾਲ ਸਮਝਣ ਸਮਝਾਉਣ ਦਾ ਉਪਰਾਲਾ ਘੱਟ ਹੈ। ਦਾਸ ਸਮਝਦਾ ਕਿ ਮੇਰੇ ਕੋਲੋਂ ਵੀ ਸ਼ਾਇਦ ਇਹ ਮੁਕੰਮਲ ਤੌਰ 'ਤੇ ਵਿਆਖਿਆ ਨਾ ਹੋ ਸਕੀ ਹੋਵੇ, ਪਰ ਇੱਕ ਉੱਦਮ ਹੈ, ਇੱਕ ਯਤਨ ਹੈ। ਆਓ ਰਲ ਕੇ ਭਗਤ ਜੀ ਦੇ ਆਸ਼ੇ ਨੂੰ ਸਮਝੀਏ। ਉਹਨਾਂ ਨੇ ਆਖਿਆ ਇੱਥੇ ਕੋਈ ਵੀ ਜ਼ਾਤ ਦਾ ਅਪਮਾਨ ਨਾ ਕਰੇ, ਅਸੀਂ ਸਾਰੇ ਜੁਲਾਹੇ ਹਾਂ, ਸਾਰੇ ਜੀਵਨ ਦੀ ਤਾਣੀ ਤਣ 'ਤੇ ਬੁਣਨ ਵਾਸਤੇ ਆਏ ਹਾਂ। ਇਹ ਪਰਮਾਤਮਾ ਦੇ ਹੁਕਮ ਵਿੱਚ ਹੈ, ਪਰ ਜੇ ਚਾਹੁੰਦੇ ਹਾਂ ਕਿ ਅਸੀਂ ਟਿਕੇ ਰਹੀਏ ਤਾਂ ਫਿਰ ਪਰਮਾਤਮਾ ਦਾ ਸਿਮਰਨ ਕਰੀਏ। ਛੋੜ ਪਸਾਰ, ਇਆਂ ਰੋ ਬਪਰੀ, ਕਹੋ ਕਬੀਰ
ਸਮਝਾਈ। ਕਬੀਰ ਜੀ ਆਪਣੇ ਆਪ ਨੂੰ ਸਮਝਾ ਕੇ ਕਹਿੰਦੇ ਹਨ ਕਿ ਉਸ ਪਰਮਾਤਮਾ ਦਾ ਸਿਮਰਨ ਕਰਨਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।